ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੈਲਾਸ਼ ਤੇ ਅੱਜ ਆਪਾਂ ਆਪਣੇ ਹੈਲਥ ਬੁਲਟਨ ਤੇ ਲੈ ਕੇ ਆਏ ਖਾਸ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਖਾਸ ਮਹਿਮਾਨ ਸਾਡੇ ਨਾਲ ਹਨ ਤੇ ਆਪਾਂ ਬੈਠੇ ਹਾਂ ਇਸ ਵੇਲੇ ਅੰਮ੍ਰਿਤਸਰ ਦੇ ਆਕਾਸ਼ਦੀਪ ਹਸਪੀਟਲ ਤੇ। ਆਕਾਸ਼ਦੀਪ ਹਸਪੀਟਲ ਦਿਨ ਬ ਦਿਨ ਨਵੀਆਂ ਸੁਵਿਧਾਵਾਂ ਆਪਣੇ ਪੇਸ਼ੈਂਟ ਦੇ ਲਈ ਲੈ ਕੇ ਆਉਂਦਾ ਹੈ ਤੇ ਹੁਣ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕਿਡਨੀ ਦੀ OPD ਵੀ ਸ਼ੁਰੂ ਕਰ ਦਿੱਤੀ ਹੈ, ਜਿਹਦੇ ਵਿੱਚ ਸਾਡੇ ਨਾਲ ਇਸ ਵੇਲੇ ਮੌਜੂਦ ਹਨ ਡਾਕਟਰ SK ਚੰਬਾ, ਜੋ ਕਿ ਸੂਬੇ ਦੇ ਸਭ ਤੋਂ ਬੈਸਟ ਕਿਡਨੀ ਸਰਜਨ ਹਨ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਪਾਂ ਜਾਣਾਂਗੇ ਕਿਡਨੀ ਦੀ ਬਿਮਾਰੀ ਦੇ ਬਾਰੇ, ਜੋ ਕਿ ਸਰੀਰ ਦਾ ਇੱਕ ਅਭਿੰਨ ਅੰਗ ਹੁੰਦਾ ਹੈ, ਜਿਸ ਦੇ ਕਾਰਨ ਲੋਕਾਂ ਦਾ ਜੀਣਾ ਮਰਨਾ ਉਸ ਦੀ ਕਿਡਨੀ ਤੇ ਡਿਪੈਂਡ ਕਰਦਾ ਹੈ ਕਿ ਕਿਡਨੀ ਕਿੰਨੀ ਕੁ ਉਸ ਦੀ ਸਿਹਤਮੰਦ ਹੈ। ਤੇ ਕਿਡਨੀ ਦਾ ਸਿਹਤਮੰਦ ਹੋਣਾ ਪੂਰੀ ਬੋਡੀ ਨੂੰ ਅਗਰ ਜੇ ਦੇਖੀਏ ਤੇ ਕਿਡਨੀ ਦਾ ਸਿਹਤਮੰਦ ਹੋਣਾ ਕਿੰਨਾ ਜ਼ਰੂਰੀ ਹੈ ਇਨਸਾਨੀ ਸਰੀਰ ਦੇ ਵਿੱਚ। ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਿਡਨੀ ਇੱਕ ਵਾਈਟਲ ਆਰਗਨ ਹੈ ਸਾਡੇ ਸਰੀਰ ਦਾ। ਸਾਡੇ ਜਿੱਦਾਂ ਲਿਵਰ, ਹਾਰਟ ਤੇ ਬ੍ਰੇਨ ਵਾਈਟਲ ਆਰਗਨ ਨੇ, ਇਹਦਾ ਕਿਡਨੀ ਵੀ ਸਾਡੇ ਸਰੀਰ ਦਾ ਇੱਕ ਵਾਈਟਲ ਆਰਗਨ ਹੈ। ਕਿਡਨੀ ਸਾਡੇ ਸਰੀਰ ਜੋ ਮੇਨ ਕੰਮ ਕਰਦੀ ਹੈ, ਇੱਕ ਤਾਂ ਫਿਲਟਰੇਸ਼ਨ ਕਰਦੀ ਹੈਗੀ ਹੈ, ਪਿਊਰੀਫਿਕੇਸ਼ਨ ਕਰਦੀ ਹੈ ਬਲੱਡ ਦੀ, ਯੂਰਿਨ ਪ੍ਰੋਡਿਊਸ ਕਰਦੀ ਹੈ। ਇਸ ਤੋਂ ਇਲਾਵਾ ਵਿਟਾਮਿਨ D ਦਾ ਮੈਟਾਬੋਲਿਜ਼ਮ ਤੇ ਇਸ ਤੋਂ ਇਲਾਵਾ ਅਰੀਥਰੋਪੋਇਟਿਨ ਇੱਕ ਹਾਰਮੋਨ ਹੈ ਜਿਹਦੇ ਕਰਕੇ ਬਲੱਡ ਬਣਦਾ ਹੈ। ਤੇ ਇਸ ਲਈ ਕਿਡਨੀ ਇੱਕ ਬਹੁਤ ਹੀ ਇੰਪੋਰਟੈਂਟ ਅੰਗ ਹੈ ਸਾਡੇ ਸਰੀਰ ਦਾ। ਬਟ ਜੇ ਕਿਡਨੀ ਖਰਾਬ ਹੋ ਜਾਵੇ ਤਾਂ ਇਸ 'ਚ ਮਰੀਜ਼ ਨੂੰ ਬਹੁਤ ਸਾਰੀਆਂ ਦਿੱਕਤਾਂ ਫੇਸ ਕਰਨੀਆਂ ਪੈਂਦੀਆਂ ਹਨ। ਐਂਡ ਅੱਜ ਦੀ ਡੇਟ 'ਚ ਜੋ ਸਾਡੇ ਕੋਲ ਟੈਕਨੋਲੋਜੀ ਤੇ ਐਡਵਾਂਸਮੈਂਟਸ ਹੈਗੀਆਂ, ਕਿਡਨੀ ਦਾ ਬਿਮਾਰੀਆਂ ਦਾ ਪ੍ਰੋਪਰ ਇਲਾਜ ਅਵੇਲੇਬਲ ਹੈ, ਕਿਉਂਕਿ ਕਿਡਨੀ ਹੀ ਇੱਕ ਇਹੋ ਜਿਹਾ ਆਰਗਨ ਹੈ, ਜੇ ਕਿਡਨੀ ਤੁਹਾਡੀ 100% ਫੇਲ ਵੀ ਹੋ ਜਾਵੇ ਤਾਂ ਵੀ ਇਨਸਾਨ 5-6 ਮਹੀਨੇ ਤੱਕ ਜਿੰਦਾ ਰਹਿ ਸਕਦਾ ਹੈ। ਬਾਕੀ ਅੰਗਾਂ ਦਾ ਅਸੀਂ ਲੈ ਕੇ ਚੱਲੀਏ ਤੇ ਤੁਹਾਡਾ ਜੇ ਬ੍ਰੇਨ ਖਰਾਬ ਹੋ ਜਾਏ ਜਾਂ ਤੁਹਾਡਾ ਦਿਲ ਖਰਾਬ ਹੋ ਜਾਏ ਤਾਂ ਤੁਸੀਂ ਨਾ ਜੀ ਨਹੀਂ ਸਕਦੇ। ਇਸ ਲਈ ਫੋਰਚੂਨੇਟਲੀ ਕਿਡਨੀ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਕਿਡਨੀ ਦੀ ਬਿਮਾਰੀ 'ਚ ਅਵੇਲੇਬਲ ਹਨ। ਜੇ ਕਿਡਨੀ ਦੀ ਗੱਲ ਕਰੀਏ ਤਾਂ ਸਰੀਰ ਦੇ ਵਿੱਚ ਖੂਨ ਬਣਾਉਣਾ, ਖੂਨ ਨੂੰ ਸਾਫ਼ ਕਰਨਾ, ਇਹ ਸਾਰਾ ਕੰਮ ਕਿਡਨੀ ਦਾ ਹੀ ਹੁੰਦਾ ਹੈ। ਤੇ ਕਿਡਨੀ ਦੇ ਵਿੱਚ ਕਈ ਬਿਮਾਰੀਆਂ ਆ ਜਾਂਦੀਆਂ ਜਿਸ ਕਰਕੇ ਇਨਸਾਨ ਨੂੰ ਡਾਇਲਿਸਿਸ ਤੱਕ ਕਰਵਾਉਣਾ ਪੈ ਜਾਂਦਾ ਹੈ। ਤੇ ਉਹਦੇ ਕੀ ਕਾਰਨ ਹਨ ਤੇ ਕਿੰਨੀ ਏਜ ਲਿਮਿਟ ਕਿੰਨੀ ਹੁੰਦੀ ਹੈ, ਕਿਸ ਉਮਰ ਦੇ ਵਿੱਚ ਤਕਰੀਬਨ ਆ ਕੇ ਇਸ ਤਰ੍ਹਾਂ ਦੇ ਪੇਸ਼ੈਂਟ ਵੱਧਦੇ ਹਨ। ਹੁਣ ਗੱਲ ਕਰੀਏ ਤੇ ਅੱਜ ਦੇ ਸਮੇਂ ਦੇ ਵਿੱਚ ਡਾਇਲਿਸਿਸ ਦੇ ਪੇਸ਼ੈਂਟ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ, ਉਸ ਚੀਜ਼ ਦਾ ਕੀ ਕਾਰਨ ਹੈ? ਇੱਕ ਤਾਂ ਇਹ ਬੜੀ ਏਜ ਸਪੈਸੀਫਿਕ ਬਿਮਾਰੀ ਹੈਗੀ ਹੈ। ਬੱਚਿਆਂ 'ਚ ਇਹਦੇ ਕਾਰਨ ਬਿਲਕੁਲ ਅਲੱਗ ਨੇ। ਬੱਚਿਆਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਕਿਡਨੀ ਦੀਆਂ, ਉਹ ਟੋਟਲੀ ਅਲੱਗ ਬਿਮਾਰੀਆਂ ਨੇ, ਜਿਨ੍ਹਾਂ ਦੇ ਵਿੱਚ ਅਸੀਂ ਮੇਨ ਫੋਕਸ ਕਰੀਏ ਚੀਜ਼ਾਂ 'ਤੇ ਤਾਂ ਮੇਨ ਕਿਡਨੀ ਦੇ ਜਿਹੜੀ ਗਲੋਮਰੁਲਾਈ ਇੱਕ ਕਿਡਨੀ ਦਾ ਸਟਰਕਚਰ ਹੈ, ਗਲੋਮਰੁਲੋਨੈਫਰਾਈਟਿਸ, ਉਹਦੀਆਂ ਬਿਮਾਰੀਆਂ ਹੁੰਦੀਆਂ ਨੇ ਬੱਚਿਆਂ 'ਚ, ਜਿਸ ਦੇ ਕਰਕੇ ਬੱਚਿਆਂ ਦੇ ਸਰੀਰ 'ਚ ਪਾਣੀ ਭਰ ਜਾਂਦਾ ਹੈ। ਤੇ ਇਸ ਦਾ ਬੜਾ ਸਿੰਪਲ ਇਲਾਜ ਹੈ, ਇਸ ਦੀਆਂ ਦਵਾਈਆਂ ਅਵੇਲੇਬਲ ਨੇ ਤੇ ਬੱਚੇ ਬੜੀ ਜਲਦੀ ਇਸ ਨੂੰ ਯੂਜੂਅਲੀ ਰਿਸਪੌਂਡ ਕਰਦੇ ਨੇ। ਬਟ ਜੇ ਆਪਾਂ ਐਡਲਟਸ ਦੀ ਗੱਲ ਕਰੀਏ, ਐਡਲਟਸ 'ਚ ਬਿਮਾਰੀਆਂ ਟੋਟਲੀ ਡਿਫਰੈਂਟ ਨੇ। ਇਹਦਾ ਐਡਲਟਸ 'ਚ ਮੋਸਟਲੀ ਜਿੱਦਾਂ ਸ਼ੂਗਰ ਹੋ ਗਿਆ, ਡਾਇਬਟੀਜ਼, ਹਾਈਪਰਟੈਂਸ਼ਨ, ਤੇ ਇੱਕ ਕੁਛ ਬਿਮਾਰੀਆਂ ਨੇ ਜਿਵੇਂ ਆਟੋਜ਼ੋਮਲ ਡੋਮੀਨੈਂਟ ਪੋਲੀਸਿਸਟਿਕ ਡਿਜ਼ੀਜ਼। ਇਹਦੇ ਕਰਕੇ ਹੌਲੀ ਹੌਲੀ ਕੀ ਹੁੰਦਾ ਹੈ ਕਿ ਕਿਡਨੀਆਂ ਖਰਾਬ ਹੋ ਜਾਂਦੀਆਂ ਨੇ ਤੇ ਜਿਸ ਲਈ ਮਰੀਜ਼ ਨੂੰ ਅਲਟੀਮੇਟਲੀ ਡਾਇਲਿਸਿਸ ਦੀ ਲੋੜ ਪੈਂਦੀ ਹੈ। ਬਟ ਜੋ ਅਸੀਂ ਜੇ ਸਹੀ ਮਾਇਨੇ 'ਚ ਦੇਖਿਆ ਜਾਵੇ ਤਾਂ ਇਸ ਦਾ ਅਸੀਂ ਡਾਇਲਿਸਿਸ, ਜੇ ਮਰੀਜ਼ ਡਾਇਲਿਸਿਸ ਕਰ ਸਕਦਾ ਹੈ ਤਾਂ ਠੀਕ ਹੈ। ਤਾਂ ਇਹ ਦੂਜੀ ਬੈਸਟ ਆਪਸ਼ਨ ਹੈਗੀ ਹੈ ਕਿਡਨੀ ਟ੍ਰਾਂਸਪਲਾਂਟ। ਕਿਡਨੀ ਟ੍ਰਾਂਸਪਲਾਂਟ ਦੇ ਅੱਜ ਕੱਲ੍ਹ ਕਾਫੀ, ਮੈਂ ਇੱਕ ਕਿਡਨੀ ਟ੍ਰਾਂਸਪਲਾਂਟ ਸਰਜਨ ਹਾਂ, ਕਿਡਨੀ ਟ੍ਰਾਂਸਪਲਾਂਟ ਦੇ ਰਿਜ਼ਲਟ ਹੁਣ ਕਾਫੀ ਇੰਪਰੂਵ ਹੋ ਚੁੱਕੇ ਨੇ ਪਹਿਲਾਂ ਦੇ ਕੰਪੈਰੇਟਿਵਲੀ। ਤੇ ਜੋ ਵੀ ਪੇਸ਼ੈਂਟ ਜਿਸ ਨੂੰ ਵੀ ਕਿਡਨੀ ਦੀ ਦਿੱਕਤ ਹੈ, ਜੋ ਡਾਇਲਿਸਿਸ ਤੋਂ ਪਰੇਸ਼ਾਨ ਹੈ, ਡਾਇਲਿਸਿਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ, ਉਹ ਮੈਨੂੰ ਆਕਾਸ਼ਦੀਪ ਹਸਪੀਟਲ ਆ ਕੇ ਮਿਲ ਸਕਦਾ ਹੈ ਤੇ ਅਸੀਂ ਜੋ ਹੋ ਸਕਦਾ ਉਸ ਦੀ ਹੈਲਪ ਕਰਾਂਗੇ। ਇਹ ਇੱਕ ਬੜਾ ਟੀਡੀਐਸ, ਇੱਕ ਵੱਡਾ ਪ੍ਰੋਸੀਜਰ ਹੈ, ਬਟ ਅਸੀਂ ਇਹਨੂੰ ਬੜਾ ਹੀ ਸਿੰਪਲੀਫਾਈ ਤਰੀਕੇ ਨਾਲ ਕਰਦੇ ਹਾਂ ਤਾਂ ਕਿ ਮਰੀਜ਼ ਨੂੰ ਜ਼ਿਆਦਾ ਖੱਜਲ ਖੁਆਰੀ ਨਾ ਹੋਵੇ। ਕਿਡਨੀ ਟ੍ਰਾਂਸਪਲਾਂਟ ਕਰਨੀ ਤੇ ਇੱਕ ਡਾਇਲਿਸਿਸ ਕਰਨਾ, ਦੋਨਾਂ ਦੇ ਲਈ ਮਰੀਜ਼ ਲਈ ਸਭ ਤੋਂ ਬੈਸਟ ਵਧੀਆ ਆਪਸ਼ਨ ਕਿਹੜੀ ਹੈਗੀ ਜੀ? ਮਰੀਜ਼ ਲਈ ਜੇ ਦੇਖੋ, ਮਰੀਜ਼ ਕੋਲ ਡੋਨਰ ਅਵੇਲੇਬਲ ਹੈ ਤੇ ਕੁਆਲਿਟੀ ਆਫ ਲਾਈਫ ਜੇ ਉਹਨੂੰ ਚਾਹੀਦੀ ਹੈ ਤੇ ਇਹੋ ਜਿਹੇ ਮਰੀਜ਼ ਨੂੰ ਤਾਂ ਕਿਡਨੀ ਟ੍ਰਾਂਸਪਲਾਂਟ ਹੀ ਕਰਵਾਉਣਾ ਚਾਹੀਦਾ, ਕਿਉਂਕਿ ਕਿਡਨੀ ਟ੍ਰਾਂਸਪਲਾਂਟ 'ਚ ਤੁਸੀਂ ਆਪਣੇ ਸ਼ਹਿਰ ਤੋਂ ਬਾਹਰ ਜਾ ਸਕਦੇ ਹੋ, ਤੁਸੀਂ ਘੁੰਮ ਫਿਰ ਸਕਦੇ ਹੋ, ਤੁਹਾਨੂੰ ਹਰ ਜਗ੍ਹਾ ਕਿਸੇ ਨਵੇਂ ਸ਼ਹਿਰ 'ਚ ਜਾ ਕੇ ਉੱਥੇ ਡਾਇਲਿਸਿਸ ਸੈਂਟਰ ਲੱਭਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਹਫ਼ਤੇ 'ਚ 2 ਵਾਰ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਬਿਲਕੁਲ ਹੀ ਨੋਰਮਲ ਸਵਸਥ ਜੀਵਨ ਬਤੀਤ ਕਰ ਸਕਦੇ ਹੋ ਜੇ ਤੁਸੀਂ ਕਿਡਨੀ ਟ੍ਰਾਂਸਪਲਾਂਟ ਕਰਾਉਣਾ ਹੈ। ਜੇ ਤੁਹਾਡੇ ਕੋਲ ਡੋਨਰ ਹੀ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਡਾਇਲਿਸਿਸ ਕਰਵਾ ਸਕਦੇ ਹੋ ਤੇ ਉਹ ਡਾਇਲਿਸਿਸ ਕਰਵਾਉਣ 'ਚ ਕੋਈ ਬੁਰਾਈ ਨਹੀਂ ਹੈ। ਬਟ ਜੇ ਤੁਸੀਂ ਐਕਚੁਅਲ ਕੁਆਲਿਟੀ ਆਫ ਲਾਈਫ ਚਾਹੁੰਦੇ ਹੋ ਤਾਂ ਟ੍ਰਾਂਸਪਲਾਂਟ 'ਚ ਜੋ ਕੁਆਲਿਟੀ ਆਫ ਲਾਈਫ ਮਿਲੇਗੀ ਉਹ ਡਾਇਲਿਸਿਸ 'ਚ ਕਦੇ ਨਹੀਂ ਮਿਲ ਸਕਦੀ ਤੁਹਾਨੂੰ। ਕਿਡਨੀ ਟ੍ਰਾਂਸਪਲਾਂਟ ਕਰਵਾ ਲੈਂਦੇ
ਕਰਵਾਉਣ ਤੋਂ ਬਾਅਦ ਐਸਟੀਮੇਟਡ ਲਾਈਫ ਕਿੰਨੀ ਕੁ ਗਰੋਥ ਵੱਧ ਜਾਂਦੀ ਹੈ ਜੇ ਪੇਸ਼ੈਂਟ ਦੀ ਗੱਲ ਕਰੀਏ ਤੇ ਡਾਇਲਿਸਿਸ ਤੋਂ ਲੈ ਕੇ, ਅਗਰ ਜੇ ਇਸ ਪਾਸੇ ਡਾਇਲਿਸਿਸ ਦੀ ਗੱਲ ਕਰੀਏ, ਦੂਸਰੇ ਪਾਸੇ ਟ੍ਰਾਂਸਪਲਾਂਟੇਸ਼ਨ ਦੀ ਕਰੀਏ, ਇੱਕ ਨਵਾਂ ਆਰਗਨ ਬੋਡੀ ਦੇ ਵਿੱਚ ਆ ਗਿਆ, ਉਸ ਤੋਂ ਬਾਅਦ ਕੁਆਲਿਟੀ ਆਫ ਲਾਈਫ ਕਿੰਨੀ ਵੱਧ ਜਾਂਦੀ ਹੈ? ਇਹ ਬਹੁਤ ਹੀ ਅੱਛਾ ਸਵਾਲ ਹੈ, ਕਾਫੀ ਲੋਕ ਮੈਨੂੰ ਪੁੱਛਦੇ ਨੇ ਫ੍ਰੀਕੁਐਂਟਲੀ। ਐਕਚੁਅਲੀ ਕੀ ਹੈ, ਜੇ ਅਸੀਂ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਕਰੀਏ ਤੇ ਡਾਇਲਿਸਿਸ ਦੀ ਗੱਲ ਕਰੀਏ ਤੇ ਜਿਹੜਾ ਪੇਸ਼ੈਂਟ ਸਰਵਾਈਵਲ ਹੈ, ਪੇਸ਼ੈਂਟ ਸਰਵਾਈਵਲ ਪੋਸਟ ਕਿਡਨੀ ਟ੍ਰਾਂਸਪਲਾਂਟ ਡਾਇਲਿਸਿਸ ਦੇ ਕੰਪੈਰੇਟਿਵਲੀ ਬਹੁਤ ਜ਼ਿਆਦਾ ਹੈ। ਜੇ ਅਸੀਂ 100 ਟ੍ਰਾਂਸਪਲਾਂਟ ਕਰਾਂਗੇ ਤੇ 100 ਮਰੀਜ਼ ਡਾਇਲਿਸਿਸ ਤੇ ਹੋਣਗੇ ਤਾਂ 10 ਸਾਲ ਤੋਂ ਬਾਅਦ ਤੁਹਾਨੂੰ ਟ੍ਰਾਂਸਪਲਾਂਟ ਦੇ 90 ਤੱਕ 95 ਮਰੀਜ਼ ਤੱਕ ਬਿਲਕੁਲ ਠੀਕ ਮਿਲਣਗੇ, ਬਟ ਸੇਮ ਸਰਵਾਈਵਲ ਬੈਨੀਫਿਟ ਤੁਹਾਨੂੰ ਡਾਇਲਿਸਿਸ 'ਚ ਨਹੀਂ ਮਿਲੇਗਾ। ਡਾਇਲਿਸਿਸ 'ਚ ਬਹੁਤ ਜ਼ਿਆਦਾ ਦਿੱਕਤਾਂ ਨੇ, ਉਸ ਦੇ ਕੰਪੈਰੇਟਿਵਲੀ ਟ੍ਰਾਂਸਪਲਾਂਟ ਦੇ ਵਿੱਚ ਤੁਹਾਨੂੰ ਕਾਫੀ ਅੱਛੇ ਰਿਜ਼ਲਟ ਦੇਖਣ ਨੂੰ ਮਿਲਣਗੇ। ਟ੍ਰਾਂਸਪਲਾਂਟੇਸ਼ਨ ਲਈ ਸਾਨੂੰ ਇੱਕ ਡੋਨਰ ਦੀ ਲੋੜ ਹੁੰਦੀ ਹੈ, ਕਿਡਨੀ ਡੋਨਰ ਦੀ, ਤੇ ਆਪਾਂ ਡੋਨਰ, ਜੇ ਪੇਸ਼ੈਂਟ ਡੋਨਰ ਅਰੇਂਜ ਕਰੇ ਤਾਂ ਡੋਨਰ ਕਿਸ ਤਰ੍ਹਾਂ ਅਰੇਂਜ ਕਰ ਸਕਦਾ ਹੈ? ਕੋਈ ਵੀ ਪਰਿਵਾਰਿਕ ਮੈਂਬਰ ਜੋ ਹੈ ਉਹ ਆਪਣੀ ਕਿਡਨੀ ਡੋਨੇਟ ਕਰ ਸਕਦਾ ਹੈ। ਕੋਈ ਵੀ ਬਲੱਡ ਰਿਲੇਟਿਵ ਹੈ ਤੁਹਾਡਾ, ਕੋਈ ਵੀ, ਚਾਹੇ ਤੁਹਾਡੇ ਮਦਰ ਫਾਦਰ ਹੋਣ ਜਾਂ ਤੁਹਾਡੇ ਸਿਬਲਿੰਗਸ ਹੋਣ ਜਾਂ ਤੁਹਾਡੇ ਵਾਈਫ ਹੋ, ਸਪਾਊਸ, ਇਨ-ਲॉज ਦੀ ਫੈਮਿਲੀ 'ਚੋਂ ਤੁਹਾਡਾ ਕੋਈ ਵੀ ਰਿਲੇਟਿਵ ਤੁਹਾਨੂੰ ਐਕਚੁਅਲੀ ਡੋਨੇਟ ਕਰ ਸਕਦਾ ਹੈ। ਪਰ ਜੇ ਤੁਹਾਡੇ ਕੋਲ ਕੋਈ ਵੀ ਅਵੇਲੇਬਲ ਡੋਨਰ ਨਹੀਂ ਹੈ ਤਾਂ ਤੁਸੀਂ ਆਪਣੇ ਕਿਡਨੀ ਦੇ ਲਈ ਰਜਿਸਟਰ ਕਰਵਾ ਸਕਦੇ ਹੋ ਕੈਡਾਵਰ ਟ੍ਰਾਂਸਪਲਾਂਟ 'ਚ, ਜਿਸ 'ਚ ਤੁਹਾਨੂੰ ਜੋ ਵੀ ਪੇਸ਼ੈਂਟ ਆਪਣੀ ਬੋਡੀ ਡੋਨੇਟ ਕਰਦਾ ਹੈ ਤੇ ਬ੍ਰੇਨ ਡੈਥ ਡਿਕਲੇਅਰ ਹੋ ਜਾਂਦੀ ਹੈ, ਉਸ ਦੇ ਆਰਗਨ ਲੈ ਕੇ ਤੁਹਾਡਾ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਇਹ ਟ੍ਰਾਂਸਪਲਾਂਟ ਕੈਡਾਵਰ ਟ੍ਰਾਂਸਪਲਾਂਟ PGI 'ਚ ਅਵੇਲੇਬਲ ਹੈ। ਤੇ ਜਿਹੜੇ ਟ੍ਰਾਂਸਪਲਾਂਟੇਸ਼ਨ ਦੀ ਗੱਲ ਕਰੀਏ ਤੇ ਟ੍ਰਾਂਸਪਲਾਂਟੇਸ਼ਨ ਇੱਕ ਸੁਣ ਕੇ ਹੀ ਬਹੁਤ ਵੱਡਾ ਇੱਕ ਸਰਜੀਕਲ ਆਪਰੇਸ਼ਨ ਲੱਗਦਾ ਕਿ ਇੱਕ ਆਰਗਨ ਨਵਾਂ ਬੋਡੀ ਦੇ ਵਿੱਚ ਤੁਸੀਂ ਇੰਪਲਾਂਟ ਕਰਨਾ, ਪੁਰਾਣਾ ਕੱਢ ਕੇ, ਤੇ ਕਿੰਨਾ ਕਿ ਟਿਪੀਕਲ ਇਹ ਆਪਰੇਸ਼ਨ ਹੁੰਦਾ ਜਾਂ ਕਿੰਨਾ ਕਿ ਟਾਈਮ ਲੱਗਦਾ ਇਸ ਦੇ ਵਿੱਚ? ਦੇਖੋ, ਟ੍ਰਾਂਸਪਲਾਂਟ ਅੱਜ ਦੀ ਮਾਡਰਨ ਡੇ ਟ੍ਰਾਂਸਪਲਾਂਟ ਤਾਂ ਬਹੁਤ ਹੀ ਪੁਰਾਣੇ ਟ੍ਰਾਂਸਪਲਾਂਟ ਨਾਲ ਮਾਡਰਨ ਡੇ ਟ੍ਰਾਂਸਪਲਾਂਟ ਨੂੰ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਡੋਨਰ ਦੀ ਸਰਜਰੀ ਅੱਜ ਦੀ ਡੇਟ 'ਚ ਦੂਰਬੀਨ ਨਾਲ ਹੁੰਦੀ ਹੈ। ਜਿਵੇਂ ਪਿੱਤੇ ਦੀ ਪੱਥਰੀ ਦਾ, ਪਿੱਤੇ ਨੂੰ ਕੱਢਣ ਦਾ ਆਪਰੇਸ਼ਨ ਹੁੰਦਾ ਹੈ, ਸਿਮਿਲਰਲੀ ਉਨੇ ਛੋਟੇ, ਥੋੜੇ ਜਿਹੇ ਵੱਡੇ, ਉਸ ਤੋਂ ਰਿਲੇਟਿਵਲੀ ਥੋੜਾ ਬਹੁਤਾ ਵੱਡੇ ਚੀਰੇ 'ਚੋਂ, ਨਿੱਕੇ ਜਿਹੇ ਚੀਰੇ 'ਚੋਂ ਹੀ ਅਸੀਂ ਕਿਡਨੀ ਰਿਟਰੀਵ ਕਰਦੇ ਹਾਂ। ਇਸ ਲਈ ਡੋਨਰ ਦੀ ਸਰਜਰੀ ਬਹੁਤ ਜ਼ਿਆਦਾ ਇੰਪਰੂਵ ਹੋ ਗਈ ਹੈ। ਲੈਪਰੋਸਕੋਪਿਕ ਡੋਨਰ ਨੈਫਰੈਕਟਮੀ ਦੂਰਬੀਨ ਨਾਲ ਕੀਤੀ ਜਾਂਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਸੇਫ ਹੈ। ਮਰੀਜ਼ ਬਹੁਤ ਜਲਦੀ ਇਸ ਦੇ ਨਾਲ ਐਕਟਿਵ ਹੋ ਜਾਂਦਾ ਹੈ ਤੇ ਅਗਲਾ 3-4 ਦਿਨ 'ਚ ਚੱਲਣਾ ਫਿਰਨਾ ਆਰਾਮ ਨਾਲ ਆਪਣਾ ਸ਼ੁਰੂ ਕਰ ਦਿੰਦਾ ਤੇ ਹਫਤੇ 2 ਹਫਤੇ ਤੱਕ ਆਪਣਾ ਨਾਰਮਲ ਕੰਮ ਸ਼ੁਰੂ ਕਰ ਸਕਦਾ ਹੈ ਡੋਨਰ। ਤੇ ਜਿਹੜਾ ਟ੍ਰਾਂਸਪਲਾਂਟ ਦੀ ਗੱਲ ਹੈ, ਟ੍ਰਾਂਸਪਲਾਂਟ ਵੀ ਅੱਜ ਦੀ ਡੇਟ 'ਚ ਟ੍ਰਾਂਸਪਲਾਂਟ ਦਾ ਵੀ ਇੱਕ ਛੋਟਾ ਚੀਰਾ ਹੀ ਹੁੰਦਾ ਹੈ ਜਿਸ ਦੇ ਥਰੂ ਅਸੀਂ ਕਿਡਨੀ ਇੰਪਲਾਂਟ ਕਰਦੇ ਹਾਂ ਤੇ ਪੇਸ਼ੈਂਟ ਬੜੇ ਆਰਾਮ ਨਾਲ ਹਫਤੇ 10 ਦਿਨ 'ਚ ਆਪਣੀ ਨਾਰਮਲ ਲਾਈਫ ਸ਼ੁਰੂ ਕਰ ਸਕਦਾ ਹੈਗਾ। 2 ਹਫਤੇ ਤੋਂ ਟਾਂਕੇ ਕਟਾਉਣ ਤੋਂ ਬਾਅਦ ਬਿਲਕੁਲ ਨਾਰਮਲ ਲਾਈਫ, ਉਹਨੂੰ ਡਾਇਲਿਸਿਸ ਦੀ ਲੋੜ ਨਹੀਂ, ਉਸਨੇ ਸਿਰਫ ਦਵਾਈਆਂ ਦਾ ਧਿਆਨ ਰੱਖਣਾ ਹੈ। ਅਸੀਂ ਪੇਸ਼ੈਂਟ ਨੂੰ ਪੂਰਾ ਉੱਪਰ ਦੱਸਦੇ ਹਾਂ ਕਿ ਇਹ ਦਵਾਈਆਂ ਚੱਲਣਗੀਆਂ, ਉਹ ਦਵਾਈਆਂ ਖਾਏਗਾ ਤਾਂ ਉਹ ਆਪਣੀ ਲਾਈਫ ਦਾ ਬਿਲਕੁਲ ਫੁੱਲ ਔਨ ਇੰਜੋਏ ਕਰ ਸਕਦਾ ਆਪਣੀ ਲਾਈਫ ਨੂੰ। ਤੇ ਜੇ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਉਹ ਨਾਰਮਲ ਲਾਈਫ ਤੇ ਆ ਜਾਂਦਾ ਹੈ? ਤੇ ਦੂਸਰੀ ਚੀਜ਼, ਇਹਦੀ ਕੇਅਰ ਟੇਕਿੰਗ, ਇੱਕ ਆਰਗਨ ਨਵਾਂ ਬੋਡੀ 'ਚ ਆਇਆ, ਉਹਦੀ ਕਿੰਨੀ ਕੀ ਕੇਅਰ ਕਰਨੀ ਪੈਂਦੀ ਆ, ਉਹ ਕਿਸ ਤਰ੍ਹਾਂ ਤੁਸੀਂ ਗਾਈਡ ਕਰਦੇ ਹੋ ਪੇਸ਼ੈਂਟ ਨੂੰ? ਦੇਖੋ, ਟ੍ਰਾਂਸਪਲਾਂਟ ਇੱਕ ਇੰਨੀ ਬਿਊਟੀਫੁਲ ਸਰਜਰੀ ਹੈ। ਟ੍ਰਾਂਸਪਲਾਂਟ ਕਰਾਉਣ ਤੋਂ ਬਾਅਦ ਹੀ ਨੈਕਸਟ ਡੇ ਹੀ ਪੇਸ਼ੈਂਟ ਨੂੰ ਜੋ ਫੀਲ ਹੋਣਾ ਸ਼ੁਰੂ ਹੋ ਜਾਂਦਾ ਕਿ ਨਾਓ ਹੀ ਇਜ਼ ਲਿਵਿੰਗ ਇਨ ਨਾਰਮਲ ਲਾਈਫ, ਕਿਉਂਕਿ ਹੁਣ ਡਾਇਲਿਸਿਸ ਦੀ ਲੋੜ ਨਹੀਂ ਹੈ, ਉਹਦੀ ਕਿਡਨੀ ਯੂਰਿਨ ਪ੍ਰੋਡਿਊਸ ਕਰ ਰਹੀ ਹੈ, ਉਹਨੂੰ ਕਿਸੇ ਤਰ੍ਹਾਂ ਦੀ ਮਸ਼ੀਨੀ ਸਹਾਇਤਾ ਦੀ ਲੋੜ ਨਹੀਂ ਹੈ। ਪੇਸ਼ੈਂਟ ਵਾਈਜ਼ ਤਾਂ ਪੇਸ਼ੈਂਟ ਤਾਂ ਤੁਹਾਨੂੰ ਨੈਕਸਟ ਡੇ ਤੋਂ ਹੀ ਫੀਲ ਗੁੱਡ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਮੈਂ ਟ੍ਰਾਂਸਪਲਾਂਟ ਕਰਦਾ, ਨੈਕਸਟ ਡੇ ਤੋਂ ਹੀ ਪੇਸ਼ੈਂਟ ਕਹਿਣਾ ਸ਼ੁਰੂ ਕਰਦਾ ਕਿ ਮੈਂ ਬਹੁਤ ਅੱਛਾ ਫੀਲ ਕਰ ਰਿਹਾ ਹਾਂ, ਠੀਕ ਹੈ। ਤੇ ਇਸ ਤੋਂ ਇਲਾਵਾ ਐਕਟੀਵਿਟੀ ਪੇਸ਼ੈਂਟ ਹਫਤੇ 10 ਦਿਨ 'ਚ ਆਪਣਾ ਨਾਰਮਲ ਕੰਮ ਵਗੈਰਾ ਜੋ ਸ਼ੁਰੂ ਕਰ ਸਕਦਾ ਹੈ। ਥੋੜੇ 2-3 ਹਫਤੇ ਤੱਕ ਕੁਛ ਭਾਰਾ ਕੰਮ ਨਹੀਂ ਕਰਨਾ, ਇਹਤਿਆਤ ਵਰਤਣੇ ਹੁੰਦੇ ਨੇ, ਬਟ ਉਸ ਤੋਂ ਬਾਅਦ ਆਪਣਾ ਆਫਟਰ 6 ਮੰਥ ਤੱਕ ਲਾਈਫ ਇਜ਼ ਮੋਰ ਲੈਸ ਟੋਟਲੀ ਨਾਰਮਲ। ਟ੍ਰਾਂਸਪਲਾਂਟ ਕੋਈ ਬਹੁਤ ਵੱਡਾ ਆਪਰੇਸ਼ਨ ਨਹੀਂ ਹੈਗਾ। ਟ੍ਰਾਂਸਪਲਾਂਟ ਇੱਕ ਛੋਟਾ ਜਿਹਾ ਆਪਰੇਸ਼ਨ ਹੈ ਜੋ ਕਿ ਇੱਕ ਛੋਟੇ ਜਿਹੇ ਆਪਰੇਸ਼ਨ ਦੇ ਨਾਲ ਇੱਕ ਵੱਡਾ ਸੋਲਿਊਸ਼ਨ ਤੁਹਾਨੂੰ ਮਿਲ ਸਕਦਾ ਹੈ, ਤੁਹਾਨੂੰ ਡਾਇਲਿਸਿਸ ਤੋਂ ਛੁਟਕਾਰਾ ਮਿਲ ਸਕਦਾ ਹੈਗਾ ਟ੍ਰਾਂਸਪਲਾਂਟ ਕਰਾਉਣ ਤੋਂ ਬਾਅਦ। ਆਪਾਂ ਆਪਰੇਸ਼ਨ ਦੀ ਗੱਲ ਕਰੀਏ ਤਾਂ ਦਿਮਾਗ ਤੇ ਬਹੁਤ ਵੱਡੀ ਪਿਕਚਰ ਸ਼ੁਰੂ ਹੋ ਜਾਂਦੀ ਹੈ ਜਦੋਂ ਇੱਕ ਡਾਕਟਰ ਨੇ ਪੇਸ਼ੈਂਟ ਦਾ ਆਪਰੇਸ਼ਨ ਕਰਨਾ, ਤੇ ਆਪਰੇਸ਼ਨ ਦੇ ਵਿੱਚ ਕਿਡਨੀ ਡੋਨਰ, ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪੈਸਾ। ਤੇ ਉਹ ਕਿੰਨਾ ਕਿ ਉਹਦੇ 'ਚ ਇਨਵੈਸਟਮੈਂਟ ਜਾਂ ਪੈਸਾ ਲੱਗਦਾ, ਇਨਵੈਸਟਮੈਂਟ ਹੀ ਕਵਾਂਗਾ ਕਿਉਂਕਿ ਨਵੀਂ ਜ਼ਿੰਦਗੀ ਮਿਲਣੀ ਹੈ ਤਾਂ ਉਹਨੂੰ ਖਰਚਾ ਨਹੀਂ ਗਿਣ ਸਕਦੇ ਆਪਾਂ, ਇਨਵੈਸਟਮੈਂਟ ਹੀ ਕਵਾਂਗਾ। ਤੇ ਕਿੰਨੀ ਕੁ ਇਨਵੈਸਟਮੈਂਟ ਆਪਣੀ ਜ਼ਿੰਦਗੀ ਲਈ ਕਰਨੀ ਬਣਦੀ ਹੈ ਪੇਸ਼ੈਂਟ ਦੀ, ਜਿਹਦੇ ਨਾਲ ਉਹਨੂੰ ਨਵਾਂ ਆਰਗਨ ਮਿਲ ਜਾਂਦਾ ਤੇ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ?
ਹਰ ਇੱਕ ਬੰਦੇ ਦਾ ਅਲੱਗ ਪੁਆਇੰਟ ਆਫ ਵਿਊ ਹੈ। ਕੁਝ ਲੋਕ ਪੈਸਾ ਖਰਚਾ ਕਹਿੰਦੇ ਨੇ, ਇਨਵੈਸਟਮੈਂਟ ਕਹਿੰਦੇ ਨੇ, ਵਾਟ ਐਵਰ, ਬਟ ਕਾਸਟ ਯੂਜੂਲੀ ਅੱਜ ਦੀ ਡੇਟ 'ਚ ਲੈਪਰੋਸਕੋਪਿਕ ਡੋਨਰ ਨੈਫਰੈਕਟਮੀ ਤੇ ਕਿਡਨੀ ਟ੍ਰਾਂਸਪਲਾਂਟ ਦੀ ਯੂਜੂਲੀ 4 ਤੋਂ 5 ਲੱਖ ਦੇ ਵਿੱਚ ਹੋ ਜਾਂਦਾ। ਤੇ ਇਸ ਤੋਂ ਇਲਾਵਾ ਮਤਲਬ ਇਸ ਤੋਂ ਜ਼ਿਆਦਾ ਤਾਂ ਹੋਰ ਇਸ ਤੋਂ ਇਲਾਵਾ ਯੂਜੂਲੀ ਕੋਈ ਖਰਚਾ ਨਹੀਂ ਆਉਂਦਾ। ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਿਰਫ ਦਵਾਈਆਂ ਦਾ ਖਰਚਾ ਹੁੰਦਾ ਜਿਹੜਾ ਮਰੀਜ਼ ਨੂੰ ਬੇਅਰ ਕਰਨਾ ਪੈਂਦਾ। ਐਂਡ ਦਵਾਈਆਂ ਵੀ ਯੂਜੂਲੀ 5 ਤੋਂ 10 ਹਜ਼ਾਰ, ਜਦੋਂ 6 ਮਹੀਨੇ ਹੋ ਜਾਂਦੇ ਨੇ 5 ਤੋਂ 10 ਹਜ਼ਾਰ ਰੁਪਏ ਦੀਆਂ ਦਵਾਈਆਂ ਦਾ ਖਰਚਾ ਆਉਂਦਾ। ਉਹਨੂੰ ਮਰੀਜ਼ ਨੂੰ ਰੈਗੂਲਰ ਰੂਟੀਨਲੀ ਖਾਣੀਆਂ ਪੈਂਦੀਆਂ। ਦੈਟਸ ਇਟ। ਤੇ ਜੇ ਰੈਗੂਲਰ ਆਪਣਾ ਚੈੱਕਅਪ ਦੀ ਗੱਲ ਕਰੀਏ ਤੇ ਇੱਕ ਟਾਈਮ ਹੈਗਾ ਸੀ ਕਿ ਕਿਡਨੀ ਦੀ ਕੋਈ ਵੀ ਬਿਮਾਰੀ ਹੋ ਜਾਂਦੀ ਸੀ ਤਾਂ ਸੂਬੇ ਤੋਂ ਬਾਹਰ ਉਹਨੂੰ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ ਪੇਸ਼ੈਂਟ ਨੂੰ, ਪੰਜਾਬ ਦੇ ਵਿੱਚ। ਹੁਣ ਤੁਸੀਂ ਇਹ ਓਪਰਚੁਨਿਟੀ ਪੰਜਾਬ 'ਚ ਵੀ ਲਿਆ, ਅੰਮ੍ਰਿਤਸਰ 'ਚ ਵੀ ਲਿਆ ਹੈ, ਤੇ ਹੁਣ ਜਿਹੜਾ ਰੂਟੀਨ ਚੈੱਕਅਪ ਹੈ ਜਾਂ ਔਰਗਨ ਟ੍ਰਾਂਸਪਲਾਂਟੇਸ਼ਨ ਹੈ, ਇਸ ਦੇ ਲਈ ਜਿਹੜੇ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਕੀ ਕੀ ਸੁਵਿਧਾਵਾਂ ਮਿਲਦੀਆਂ? ਜਿਸ ਤਰ੍ਹਾਂ ਕਿ ਪੇਸ਼ੈਂਟ ਤੁਹਾਨੂੰ ਡੀਲ ਕਰਦੇ ਹੋ ਤੁਸੀਂ, ਉਹਨਾਂ ਨੂੰ ਕੀ ਕੀ ਸੁਵਿਧਾਵਾਂ ਮਿਲ ਰਹੀਆਂ? ਉਹਨਾਂ ਨੂੰ ਸਾਰਾ ਦੇਖੋ ਫੋਲੋਅਪ ਦੀ ਸੁਵਿਧਾ ਮਿਲਦੀ ਹੈਗੀ ਹੈ। ਨਾਲ ਫਸਟ ਆਫ ਆਲ ਜਿਹੜੀ ਫਸਟ ਐਂਡ ਫੋਰਮੋਸਟ ਥਿੰਗ ਹੈਗੀ ਹੈ, ਮਰੀਜ਼ ਟ੍ਰਾਂਸਪਲਾਂਟ ਜ਼ਿੰਦਗੀ ਇੰਜੋਏ ਕਰਨ ਨੂੰ ਕਰਾਉਂਦਾ ਹੈਗਾ, ਨੋਰਮਲ ਲਾਈਫ ਜੀਣ ਨੂੰ ਕਰਾਉਂਦਾ ਹੈਗਾ। ਇਸ ਲਈ ਟ੍ਰਾਂਸਪਲਾਂਟ ਤੋਂ ਬਾਅਦ ਯੂਜੂਲੀ ਮਰੀਜ਼ ਨੂੰ ਜ਼ਿਆਦਾ ਹਸਪੀਟਲ ਵਿਜ਼ਿਟ ਹੀ ਨਹੀਂ ਕਰਨਾ ਪੈਂਦਾ। ਫਸਟ ਆਫ ਆਲ ਪਹਿਲੀ ਚੀਜ਼ ਜਿਹੜੀ ਹੈਗੀ ਹੈ, ਡਾਇਲਸਿਸ 'ਚ ਹਰ ਹਫਤੇ 2 ਵਾਰ 3 ਵਾਰ ਆਉਣਾ ਪੈਂਦਾ ਹੈਗਾ, ਇਸ 'ਚ ਉਸ ਚੀਜ਼ ਤੋਂ ਛੁਟਕਾਰਾ ਮਿਲ ਜਾਂਦਾ ਹੈਗਾ। ਦੂਸਰੀ ਚੀਜ਼, ਬਹੁਤ ਅੱਜ ਦੀ ਦੇਸ਼ ਇੰਨਾ ਐਡਵਾਂਸ ਹੈਗਾ, ਪੇਸ਼ੈਂਟ ਨੂੰ ਦਵਾਈਆਂ ਬਾਰੇ ਪਤਾ ਹੁੰਦਾ ਹੈ, ਕਿੱਦਾਂ ਦਵਾਈਆਂ ਡੋਜ਼ ਘੱਟ ਕਰਨੀ ਹੈਗੀ ਹੈ, ਟਾਈਮਲੀ ਉਹ ਪੇਸ਼ੈਂਟ ਨੂੰ ਦੱਸ ਦਿੱਤਾ ਜਾਂਦਾ। ਯੂਜੂਲੀ ਬਹੁਤ ਸਾਰੀਆਂ ਚੀਜ਼ਾਂ ਤਾਂ WhatsApp 'ਤੇ ਹੀ ਕਰ ਲੈਂਦੇ ਹਾਂ ਆਪਾਂ। ਪੇਸ਼ੈਂਟ ਮੈਨੂੰ ਦੱਸਦਾ, ਮੈਂ WhatsApp 'ਤੇ ਉਹਨੂੰ ਰਿਪਲਾਈ ਕਰ ਦਿੰਦਾ ਕਿ ਆਹ ਚੀਜ਼ ਇੱਦਾਂ ਕਰ ਲਓ, ਆਹ ਚੀਜ਼ ਇੱਦਾਂ ਕਰ ਲਓ। ਐਂਡ ਬਾਕੀ ਉਸ ਤੋਂ ਬਾਅਦ ਜੋ ਰੂਟੀਨ ਫੋਲੋਅਪ ਹੈਗਾ, ਉਸ 'ਚ ਪੇਸ਼ੈਂਟ ਐਂਡ ਆਫ ਦਾ ਡੇ ਪੇਸ਼ੈਂਟ 3 ਜਾਂ 4 ਮਹੀਨੇ ਬਾਅਦ ਇੱਕ ਵਾਰ ਦਿਖਾਉਣ ਦੀ ਲੋੜ ਪੈਂਦੀ ਹੈ, ਅਤੇ ਰੂਟੀਨ ਟੈਸਟ ਉਹਨੂੰ ਕਰਾਉਣੇ ਪੈਂਦੇ, ਉਹ ਦੱਸ ਦਿੱਤੇ ਜਾਂਦੇ ਨੇ। ਪੇਸ਼ੈਂਟ ਕਰਵਾਉਂਦਾ ਹੈ ਤਾਂ ਈਜ਼ੀਲੀ ਸਾਨੂੰ ਅਪਰੋਚ ਕਰ ਲੈਂਦਾ। ਕਿਡਨੀ ਟ੍ਰਾਂਸਪਲਾਂਟੇਸ਼ਨ ਇੱਕ ਤਰ੍ਹਾਂ ਦੀ ਨਵੀਂ ਜ਼ਿੰਦਗੀ ਹੀ ਇੱਕ ਪੇਸ਼ੈਂਟ ਨੂੰ ਮਿਲਦੀ ਹੈ। ਤੇ ਜੇ ਆਪਾਂ ਗੱਲ ਕਰੀਏ ਤੇ ਅੱਜ ਤੱਕ ਤੁਸੀਂ ਕਿੰਨੇ ਕੁ ਬੰਦਿਆਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੇ ਹੋ ਆਪਣੇ ਹੱਥਾਂ ਨਾਲ? ਮੈਂ ਜਦ ਤੱਕ PGI ਸੀ, ਅਰਾਊਂਡ ਡਿਪਾਰਟਮੈਂਟ 'ਚ ਅਸੀਂ 1000 ਟ੍ਰਾਂਸਪਲਾਂਟ ਕੀਤੇ ਸੀ ਐਟ ਦਾ ਟਾਈਮ ਜਦ ਤੱਕ ਮੈਂ ਸੀਗਾ। ਤੇ ਟੋਟਲ ਅਰਾਊਂਡ 200 ਤੋਂ 250 ਟ੍ਰਾਂਸਪਲਾਂਟ ਮੈਂ PGI ਕਰ ਚੁੱਕਾ ਸੀ। ਉਸ ਤੋਂ ਬਾਅਦ ਹੁਣ ਫਿਲਹਾਲ ਮੈਂ ਜਨਵਰੀ ਤੋਂ ਸ਼ੁਰੂ ਕੀਤਾ ਹੈਗਾ ਟ੍ਰਾਂਸਪਲਾਂਟ ਕਰਨਾ। ਯੂਜੂਲੀ ਮੈਂ 2 ਤੋਂ 3 ਟ੍ਰਾਂਸਪਲਾਂਟ ਪਰ ਮੰਥ ਕਰਦਾ ਪਿਆ। ਲਾਸਟ ਵੀਕ ਮੈਂ 2 ਟ੍ਰਾਂਸਪਲਾਂਟ ਕੀਤੇ। ਹਜੇ ਤੱਕ ਮੈਂ 10-12 ਟ੍ਰਾਂਸਪਲਾਂਟ ਕਰ ਚੁੱਕਿਆ ਹੈਗਾ ਆਫਟਰ ਜਨਵਰੀ ਤੋਂ ਜਦੋਂ ਮੈਂ ਸ਼ੁਰੂ ਕੀਤਾ ਹੈਗਾ ਕੰਮ। ਤੇ ਜੇ ਆਪਾਂ ਰੈਗੂਲਰ ਗੱਲ ਕਰੀਏ ਜੇ ਨਾਰਮਲ ਪਰਸਨ ਦੀ, ਤੇ ਕਿਸ ਤਰ੍ਹਾਂ ਉਹ ਆਪਣੀ ਕਿਡਨੀ ਦਾ ਖਿਆਲ ਰੱਖਣ ਕਿ ਤਾਂ ਕਿ ਨਾ ਤਾਂ ਡਾਇਲਿਸਿਸ ਦੀ ਤੇ ਨਾ ਟ੍ਰਾਂਸਪਲਾਂਟੇਸ਼ਨ ਦੀ ਲੋੜ ਪਵੇ, ਆਪਣੀ ਬੋਡੀ ਦੀ ਕੇਅਰ ਕਿਸ ਤਰ੍ਹਾਂ ਕਰ ਸਕਦੇ? ਨਾਰਮਲ ਪੇਸ਼ੈਂਟ ਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਇੰਟਰਨੈਟ 'ਤੇ ਅੱਜ ਦੀ ਡੇਟ 'ਚ ਅਵੇਲੇਬਲ ਹੈ। ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈਗੀ ਹੈ, ਉਹ ਸਾਰੀਆਂ ਹੀ ਚੀਜ਼ਾਂ ਨੇ। ਤੁਹਾਨੂੰ ਪਾਣੀ ਬਾਹਰਲਾ ਖਾਣਾ ਨਾ ਖਾਓ, ਆਪਣਾ weight ਮੇਨਟੇਨ ਕਰੋ। ਤੁਹਾਨੂੰ ਡਾਇਬਟੀਜ਼ ਹੈ, ਆਪਣੀ ਸ਼ੂਗਰ ਨੂੰ ਮੇਨਟੇਨ ਕਰੋ। BP ਹੈ, ਬਲੱਡ ਪ੍ਰੈਸ਼ਰ ਨੂੰ ਮੇਨਟੇਨ ਕਰੋ। ਆਪਣੇ ਰੂਟੀਨ ਟੈਸਟ ਰੈਗੂਲਰਲੀ ਕਰਾਓ, ਯੂਰਿਨ ਦਾ ਟੈਸਟ ਕਰਾਓ, ਬਲੱਡ ਦਾ ਟੈਸਟ ਕਰਾਓ, ਫਰੀਕੁਐਂਟਲੀ ਆਪਣੇ ਫਿਜ਼ੀਸ਼ੀਅਨ ਨੂੰ ਮਿਲੋ। ਠੀਕ ਹੈ, ਬੇਸਿਕਲੀ ਕਿਡਨੀ ਵੀ ਇੱਕ ਜਿਵੇਂ ਤੁਹਾਨੂੰ ਸਵਸਥ ਜੀਵਨ ਜੀਣ ਲਈ ਜੋ ਚੀਜ਼ਾਂ ਚਾਹੀਦੀਆਂ ਹੈਗੀਆਂ, ਕਿਡਨੀ ਦੀਆਂ ਵੀ ਰਿਕੁਆਇਰਮੈਂਟ ਸੇਮ ਹੀ ਹੈਗੀਆਂ ਕਿ ਤੁਸੀਂ ਐਕਸਰਸਾਈਜ਼ ਕਰੋ, ਤੁਸੀਂ ਆਪਣੀ ਲਾਈਫ ਨੂੰ ਨੋਰਮਲ ਜੀਓ, ਦੈਟਸ ਇਟ। ਹੋਰ ਕੁਝ ਐਕਸਟਰਾ ਕੁਝ ਨਹੀਂ ਹੈਗਾ ਕਿਡਨੀ ਨੂੰ ਸਵਸਥ ਰੱਖਣ ਲਈ। ਤੇ ਇੱਕ ਆਖਰੀ ਸਵਾਲ ਡਾਕਟਰ ਸਾਹਿਬ ਤੁਹਾਡੇ ਨਾਲ, ਜੇ ਆਪਾਂ ਗੱਲ ਕਰੀਏ ਕਿਡਨੀ ਪੇਸ਼ੈਂਟਸ ਦੀ, ਕਿਡਨੀ ਪੇਸ਼ੈਂਟ ਦੇਖੋ ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਟ੍ਰਾਂਸਪਲਾਂਟੇਸ਼ਨ ਦਾ ਖਰਚਾ ਨੀਅਰ ਅਬਾਊਟ 4 ਤੋਂ 5 ਲੱਖ ਤੇ ਆਉਂਦਾ। ਕੁਛ ਇਸ ਤਰ੍ਹਾਂ ਦੇ ਵੀ ਲੋਕ ਹਨ ਜਿਹੜੇ ਕਿ 4 ਤੋਂ 5 ਲੱਖ ਵੀ ਅਫੋਰਡ ਨਹੀਂ ਕਰ ਸਕਦੇ। ਤੇ ਕੀ ਇਹ ਔਰਗਨ ਟ੍ਰਾਂਸਪਲਾਂਟੇਸ਼ਨ ਦੀ ਹਸਪੀਟਲ ਵੱਲੋਂ ਕੋਈ ਇਕਨੋਮਿਕਲੀ ਵੀ ਹੈਲਪ ਕੀਤੀ ਜਾ ਸਕਦੀ ਪੇਸ਼ੈਂਟ ਦੀ? ਤੇ ਕੀ ਜਿਸ ਤਰ੍ਹਾਂ ਕਿ ਸਰਕਾਰੀ ਬੀਮੇ ਚੱਲੇ ਆ, ਔਸ਼ਧੀ ਜਨ ਔਸ਼ਧੀ ਜੋ ਭਾਰਤ ਸਰਕਾਰ ਵੱਲੋਂ ਚਲਾਈ ਗਈ ਹੈ, ਉਹਨਾਂ ਦੇ ਵਿੱਚ ਵੀ ਐਲੀਜੀਬਲ ਹੈਗੇ ਪੇਸ਼ੈਂਟ ਆਪਣਾ ਔਰਗਨ ਟ੍ਰਾਂਸਪਲਾਂਟੇਸ਼ਨ ਕਰਾਉਣ ਦੇ ਲਈ? ਇੱਕ ਤਾਂ ਜਿਹੜੇ ਪੇਸ਼ੈਂਟ ਫਸਟ ਆਫ ਆਲ ਜਿਹੜੇ ਪੇਸ਼ੈਂਟ ਜਿਨ੍ਹਾਂ ਕੋਲ SC ਕਮਿਊਨਿਟੀ ਦੇ ਕੁਝ ਪੇਸ਼ੈਂਟਸ ਹੈ, ਉਹਨਾਂ ਨੂੰ ਅੰਬੇਦਕਰ ਸਕੀਮ ਅੰਦਰ 3.5 ਲੱਖ ਰੁਪਏ ਦੀ ਸਰਕਾਰ ਵੱਲੋਂ ਮਦਦ ਦਿੱਤੀ ਜਾਂਦੀ ਹੈ। ਅਤੇ ਇਹ ਮਰੀਜ਼ ਜਿਹੜੇ ਹੈਗੇ ਨੇ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਨੇ। ਹਜੇ ਤੱਕ ਆਯੁਸ਼ਮਾਨ ਦੇ ਵਿੱਚ ਟ੍ਰਾਂਸਪਲਾਂਟ ਕਵਰਡ ਨਹੀਂ ਹੈਗਾ। ਅਤੇ ਜੇ ਤੁਹਾਡੇ ਕੋਲ ਕੋਈ ਪੁਰਾਣੀ ਹੈਲਥ ਇੰਸ਼ੋਰੈਂਸ ਹੈਗੀ ਹੈ ਜਿਸ 'ਚ ਤੁਸੀਂ ਸਵਸਥ ਟਾਈਮ ਦੀ ਲੈ ਰੱਖੀ ਹੈਗੀ ਹੈ, ਅਤੇ ਉਸ 'ਚ ਵੀ ਟ੍ਰਾਂਸਪਲਾਂਟ ਕਵਰ ਹੋ ਜਾਂਦਾ ਅਤੇ ਤੁਸੀਂ ਉਸ 'ਚ ਟ੍ਰਾਂਸਪਲਾਂਟ ਕਰਾ ਸਕਦੇ ਹੋ। ਬਟ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਤੁਸੀਂ ਗਰੀਬ ਹੋ, ਤੁਹਾਨੂੰ ਕੋਈ ਦਿੱਕਤ ਹੈਗੀ ਹੈ, ਤੁਸੀਂ ਮੇਰੇ ਕੋਲ ਆਕਾਸ਼ਦੀਪ ਹਸਪੀਟਲ 'ਚ ਐਵਰੀ ਫਰਾਈਡੇ ਮੈਂ ਆਕਾਸ਼ਦੀਪ ਹਸਪੀਟਲ ਅੰਮ੍ਰਿਤਸਰ 'ਚ ਆਉਂਦਾ ਹੈਗਾ। ਤੁਸੀਂ ਕਦੇ ਵੀ ਮੇਰੇ ਕੋਲ ਆ ਸਕਦੇ ਹੋ ਅਤੇ ਮੈਂ ਤੁਹਾਨੂੰ ਫ੍ਰੀ 'ਚ ਵੀ ਦੇਖ ਲਾਂਗਾ। ਮੈਨੂੰ ਇੱਦਾਂ ਦੀ ਕੋਈ ਇਸ਼ੂ ਨਹੀਂ ਹੈਗਾ। ਇੱਕ ਤਾਂ ਨਾਲੇ ਮੈਂ ਥੈਂਕਸ ਕਰਨਾ ਚਾਹੁੰਦਾ ਹਾਂ ਡਾਕਟਰ ਆਸ਼ੀਸ਼ ਦਾ, ਜਿਨ੍ਹਾਂ ਨੇ ਇੱਕ ਜਗ੍ਹਾ ਪ੍ਰੋਵਾਈਡ ਕੀਤੀ ਬੈਠਣ ਲਈ ਅਤੇ OPD ਵਾਸਤੇ, ਤਾਂ ਕਿ ਅਸੀਂ ਮਰੀਜ਼ਾਂ ਦੀ ਹੈਲਪ ਕਰ ਸਕੀਏ, ਤਾਂ ਕਿ ਅਸੀਂ ਇਸ ਪਲੇਟਫਾਰਮ ਨੂੰ ਹੋਰ ਵੱਡਾ ਕਰ
ਸਕੀਏ। ਤੇ ਇੱਕ ਮੇਰਾ ਮੋਟੋ ਹੈਗਾ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ, ਹਜੇ ਤੱਕ ਸੋ ਫਾਰ ਮੇਰੀ ਸਾਰੀ ਐਜੂਕੇਸ਼ਨ ਗਵਰਨਮੈਂਟ ਸਕੂਲ ਦੀ ਹੈ, ਫਿਰ ਮੈਂ ਗਵਰਨਮੈਂਟ ਕਾਲਜ ਪੜ੍ਹਾਈ ਕੀਤੀ ਹੈ, ਫਿਰ ਮੈਂ ਗਵਰਨਮੈਂਟ ਮੈਡੀਕਲ ਕਾਲਜ, ਤੇ ਉਸ ਤੋਂ ਬਾਅਦ ਮੈਂ ਗਵਰਨਮੈਂਟ ਜੌਬ ਕੀਤੀ ਹੈ, ਤੇ ਉਸ ਤੋਂ ਬਾਅਦ ਮੈਂ PGI 'ਚ ਸਰਜਰੀ ਕੀਤੀ ਹੈ, ਤੇ ਮੈਂ PGI ਤੋਂ ਹੀ ਟਰਾਂਸਪਲਾਂਟ ਦਾ ਕੋਰਸ ਕੀਤਾ ਹੈ। ਠੀਕ ਹੈ ਜੀ। ਤੇ ਮੇਰੀ ਐਜੂਕੇਸ਼ਨ ਟੋਟਲੀ ਫ੍ਰੀ ਹੈ, ਤੇ ਮੇਰਾ ਇਹੀ ਮੋਟੋ ਹੈਗਾ, ਮੈਂ ਚਾਹੁੰਦਾ ਹੈਗਾ ਕਿ ਹੈਲਥ ਕੇਅਰ ਸਪੈਸ਼ਲੀ ਕਿਡਨੀ ਟਰਾਂਸਪਲਾਂਟ ਜਿੰਨੇ ਵੀ ਪੇਸ਼ੈਂਟ ਹੈਗੇ ਉਹਨਾਂ ਲਈ ਅਫੋਰਡੇਬਲ ਹੋਵੇ। ਇਸ ਲਈ ਜਿੰਨੀ ਘੱਟ ਕੋਸਟ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਵੀ ਤੁਸੀਂ ਇੱਕ ਵਾਰ ਮੈਨੂੰ ਜ਼ਰੂਰ ਮਿਲੋ। ਇਹੀ ਮੇਰਾ ਮੇਨ ਮੋਟੋ ਹੈਗਾ, ਤਾਂ ਕਿ ਹਰ ਇੱਕ ਬੰਦੇ ਨੂੰ ਬਿਨਾਂ ਪੈਸੇ ਦੇ ਕਮੀ, ਜੇ ਕਿਸੇ ਨੂੰ ਪੈਸੇ ਦੀ ਕਮੀ ਹੈ ਨਹੀਂ ਹੈ, ਉਹ ਵੀ ਮੈਨੂੰ ਆ ਕੇ ਮਿਲ ਸਕਦਾ। ਮੇਰਾ ਮੋਟੋ ਇਹੀ ਹੈਗਾ ਕਿ ਤਾਂ ਕਿ ਪੰਜਾਬ 'ਚ ਕੋਈ ਗਰੀਬ ਹੈ ਅਮੀਰ ਹੈ ਉਹ ਸਾਰੇ ਮੈਨੂੰ ਮਿਲ ਸਕਣ, ਤਾਂ ਕਿ ਮੈਂ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਸਕਾਂ। ਮਤਲਬ ਕਿ ਕੁੱਲ ਮਿਲਾ ਕੇ ਗੱਲ ਕਰੀਏ ਲੋਕਲ ਭਾਸ਼ਾ ਦੇ, ਤਾਂ ਤੁਸੀਂ ਸਰਜਨ ਪੈਸਾ ਕਮਾਉਣ ਲਈ ਨਹੀਂ ਬਣੇ, ਨਵੀਂ ਜ਼ਿੰਦਗੀ ਦੇਣ ਲਈ ਬਣੇ ਹੋ। ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਆਪਾਂ ਗਰੀਬ ਪੇਸ਼ੈਂਟ ਦੀ ਵੀ ਹੈਲਪ ਕਰਾਂਗੇ, ਤੇ ਤੁਹਾਡਾ ਮੋਟਿਵ ਵੀ ਇਹੀ ਹੈਗਾ, ਇੱਕ ਨਵੀਂ ਜ਼ਿੰਦਗੀ ਦੇਣਾ ਪੇਸ਼ੈਂਟ ਨੂੰ। ਤੇ ਬਹੁਤ ਵੱਡੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ, ਇੱਕ ਨਵੀਂ ਜ਼ਿੰਦਗੀ ਬਹੁਤ ਜ਼ਰੂਰੀ ਹੈ। ਉਸ ਘਰ ਦੇ ਇੱਕ ਪਰਿਵਾਰ ਨੂੰ ਨਵੀਂ ਜ਼ਿੰਦਗੀ ਮਿਲ ਜਾਏ ਤੇ ਘਰ ਦੀ ਖੁਸ਼ੀਆਂ ਦੋਗੁਣੀਆਂ ਹੋ ਜਾਂਦੀਆਂ ਹਨ। ਤੇ ਆਪਾਂ ਗੱਲ ਕਰੀਏ ਕਿਡਨੀ ਟਰਾਂਸਪਲਾਂਟੇਸ਼ਨ ਦੀ, ਤੇ ਜੋ ਕਿ ਸਰੀਰ ਦੇ ਵਿੱਚ ਇੱਕ ਅਭਿੰਨ ਅੰਗ ਹੈਗਾ, ਤੇ ਇਸ ਅੰਗ ਨੂੰ ਦੁਬਾਰਾ ਟਰਾਂਸਪਲਾਂਟ ਕਰਕੇ ਇੱਕ ਨਵੀਂ ਜ਼ਿੰਦਗੀ ਦੇਣਾ, ਇਹ ਬਹੁਤ ਵੱਡਾ ਕੰਮ ਹੈ। ਤੇ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਇਹ ਹਰ ਕਿਸੇ ਦੀ ਮਦਦ ਕਰਨਗੇ, ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਤੇ ਉਹ ਵੀ ਇੱਕ ਬਹੁਤ ਵੱਡਾ ਉਪਰਾਲਾ ਇਹਨਾਂ ਵੱਲੋਂ, ਜਿਹਦੇ ਵਿੱਚ ਕਿ ਹਰ ਤਰ੍ਹਾਂ ਦੇ ਲੋਕਾਂ ਨੂੰ ਸਹਿਯੋਗ ਕੀਤਾ ਜਾਏਗਾ ਤੇ ਇਹਨਾਂ ਵੱਲੋਂ ਉਹਨਾਂ ਦਾ ਇਲਾਜ ਵੀ ਕੀਤਾ ਜਾਏਗਾ। ਤੇ ਇਹ ਸੀ ਡਾਕਟਰ SK ਚੰਬਾ ਜੀ, ਜੋ ਕਿ ਆਕਾਸ਼ਦੀਪ ਹਸਪੀਟਲ 'ਚ ਹਰ ਸ਼ੁੱਕਰਵਾਰ OPD ਲਗਾਉਂਦੇ ਹਨ। ਤੇ ਇੱਥੇ ਆ ਕੇ ਤੁਸੀਂ ਆਪਣੇ ਕਿਡਨੀ ਦੀ ਬਿਮਾਰੀ ਬਾਰੇ ਇਹਨਾਂ ਨੂੰ ਮਿਲ ਸਕਦੇ ਹੋ ਤੇ ਆਪਣੀ ਬਿਮਾਰੀ ਬਾਰੇ ਦੱਸ ਸਕਦੇ ਹੋ। ਤੇ ਜੁੜੇ ਰਹੋ ਲਾਈਵ ਭਾਰਤ ਦੇ ਨਾਲ। ਆਪਾਂ ਤੁਹਾਨੂੰ ਹੋਰ ਇਸ ਤਰ੍ਹਾਂ ਦੀ ਹੈਲਥ ਬੁਲੇਟਿਨ ਦੇ ਨਾਲ ਫਿਰ ਮਿਲਾਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਫਿਰ ਨਵੀਂ ਖਬਰ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦਿਓ ਧੰਨਵਾਦ। ਜੈ ਹਿੰਦ, ਜੈ ਭਾਰਤ।